कबीर मोहि मरने का चाओ है, मरो तहर कै द्वार। मत हर पूछै कौन है, परा हमारे बार। जो तो प्रेम खेलन का चाओ, सिर धर तली गली मेरी आओ। इत मार्ग पैर तरीजै, सिर दीजै कान ना कीजै। इत मार्ग पैर तरीजै, सिर दीजै कान ना कीजै। परम सन्मानयोग जुगो जुग अटल चवर छतर तखत दे मालक, दसां पातशाहियां दी जोत। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਸਜੇ ਦੀਵਾਨਾਂ ਦੇ ਵਿੱਚ ਹਾਜ਼ਰੀ ਭਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਆਪ ਜੀ ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਸਰਵਣ ਕਰ ਰਹੇ ਸੀ। ਅੱਜ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਆਗਮਨ ਦਿਨ ਹੈ। ਸੋ ਆਓ ਸੰਖੇਪ ਦੇ ਵਿੱਚ ਬਾਬਾ ਦੀਪ ਸਿੰਘ ਜੀ ਦੇ ਜੀਵਨ ਬਾਰੇ ਆਪਾਂ ਜਾਣਾਂਗੇ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਗੁਰਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਦੀਪ ਸਿੰਘ ਸਾਹਿਬ ਜੀ ਐਸੀ ਮਹਾਨ ਸ਼ਖਸੀਅਤ ਹਨ ਜਿਨ੍ਹਾਂ ਨੂੰ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਦੀਦਾਰ ਪ੍ਰਾਪਤ ਹੋਏ। ਹਜ਼ੂਰ ਦੇ ਪਾਸੋਂ ਅੰਮ੍ਰਿਤ ਦੀ ਦਾਤ ਮਿਲੀ। ਸ਼ਸਤਰ ਅਤੇ ਸ਼ਾਸਤਰ ਵਿੱਦਿਆ ਦੇ ਵਿੱਚ ਨਿਪੁੰਨ ਹੋ ਕਰਕੇ ਆਪ ਜੀ ਨੇ ਸਿੱਖੀ ਦੀ ਬਹੁਤ ਹੀ ਭਾਰੀ ਸੇਵਾ ਕੀਤੀ। ਜਦੋਂ ਅਸੀਂ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਜੀਵਨ ਪੜ੍ਹਦੇ ਹਾਂ, ਅੰਮ੍ਰਿਤਸਰ ਸਾਹਿਬ ਦੇ ਨਜ਼ਦੀਕ ਇੱਕ ਨਗਰ ਹੈ ਪਹੂਵਿੰਡ। ਇਸ ਪਿੰਡ ਦੇ ਵਿੱਚ ਸਤਿਕਾਰਯੋਗ ਭਾਈ ਭਗਤਾ ਦੇ ਗ੍ਰਹਿ ਵਿਖੇ ਮਾਤਾ ਜਿਉਣੀ ਜੀ ਦੀ ਕੁੱਖ ਤੋਂ ਬਾਬਾ ਦੀਪ ਸਿੰਘ ਜੀ ਦਾ ਜਨਮ 14 ਮਾਘ ਬਿਕਰਮੀ ਸੰਮਤ 1739 ਨੂੰ ਜਨਵਰੀ 1682 ਨੂੰ ਹੋਇਆ। ਮਾਤਾ ਪਿਤਾ ਨੇ ਨਾਮ ਦੀਪਾ ਰੱਖਿਆ। ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਬਚਪਨ ਦੇ ਵਿੱਚ ਸਾਰੇ ਹੀ ਸਤਿਕਾਰ ਦੇ ਨਾਲ ਦੀਪਾ ਕਹਿ ਕੇ ਬੁਲਾਉਂਦੇ ਸਨ। ਆਪ ਜੀ ਦੇ ਮਾਤਾ ਪਿਤਾ ਗੁਰਮਤਿ ਦੇ ਧਾਰਨੀ ਸਨ, ਇਸ ਲਈ ਬਚਪਨ ਤੋਂ ਹੀ ਗੁਰਮਤਿ ਦੀ ਗੁੜ੍ਹਤੀ ਮਾਂ ਬਾਪ ਨੇ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਦਿੱਤੀ। ਬਚਪਨ ਆਪ ਦਾ ਪਿੰਡ ਪਹੂਵਿੰਡ ਰਹਿ ਕੇ ਬਤੀਤ ਹੋਇਆ। ਮਾਤਾ ਪਿਤਾ ਜਿੱਥੇ ਆਪ ਨਾਮ ਜਪਦੇ ਸੇਵਾ ਸਿਮਰਨ ਕਰਦੇ, ਆਪਣੇ ਪੁੱਤਰ ਨੂੰ ਵੀ ਸੇਵਾ ਸਿਮਰਨ ਵਾਲੇ ਪਾਸੇ ਲਾਉਂਦੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੋਈ ਦੂਰ ਨਹੀਂ। ਬਾਬਾ ਦੀਪ ਸਿੰਘ ਜੀ ਇੱਕ ਦੋ ਵਾਰ ਨਹੀਂ, ਕਈ ਵਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਗੁਰੂ ਰਾਮਦਾਸ ਜੀ ਦੇ ਦਰ 'ਤੇ ਦਰਸ਼ਨ ਕਰਨ ਗਏ ਹੋਣਗੇ।
ਭਾਵੇਂ ਕਿ ਇਤਿਹਾਸ ਵਾਰ ਬਹੁਤ ਵਾਰ ਇਸ ਦਾ ਜ਼ਿਕਰ ਨਹੀਂ ਮਿਲਦਾ। ਗੁਰਸਿੱਖ ਪਰਿਵਾਰ ਹੈ ਔਰ ਹਰ ਗੁਰਸਿੱਖ ਦੀ ਚਾਹਨਾ ਹੁੰਦੀ ਹੈ ਮੈਂ ਸਤਿਗੁਰੂ ਪਾਤਸ਼ਾਹ ਜੀ ਦੇ ਦਰਬਾਰ ਦੇ ਦਰਸ਼ਨ ਕਰਾਂ। ਆਪ ਬਚਪਨ ਤੋਂ ਹੀ ਬਾਣੀ ਪੜ੍ਹਦੇ, ਸੇਵਾ ਕਰਦੇ, ਸਿਮਰਨ ਕਰਦੇ, ਹਾਣੀਆਂ ਨਾਲ ਮਿਲ ਬੈਠ ਕੇ ਵਾਹਿਗੁਰੂ ਜੀ ਦਾ ਨਾਮ ਜਪਦੇ। ਬਚਪਨ ਤੋਂ ਹੀ ਗੁਰਮਤਿ ਦਾ ਰੰਗ ਚੜ੍ਹਿਆ ਹੋਇਆ ਸੀ। ਫਿਰ ਇੱਕ ਸਮਾਂ ਐਸਾ ਆਇਆ ਜਦੋਂ ਆਪ ਜੀ ਦੇ ਮਾਤਾ ਪਿਤਾ ਆਪ ਜੀ ਨੂੰ ਲੈ ਕਰਕੇ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਹਜ਼ੂਰ ਹਾਜ਼ਰ ਹੋਏ। ਸੱਚੇ ਪਾਤਸ਼ਾਹ ਕਲਗੀਧਰ ਜੀ ਦੇ ਦਰਸ਼ਨ ਕੀਤੇ। ਮਹਾਰਾਜ ਦੇ ਦਰਸ਼ਨ ਕਰਕੇ ਨਦਰੋ ਨਦਰ ਨਿਹਾਲ ਹੋਏ। ਮੇਰੇ ਹਜ਼ੂਰ ਨੇ ਕਿਰਪਾ ਕੀਤੀ। ਜਦੋਂ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਮੱਥਾ ਟੇਕਿਆ, ਸਤਿਗੁਰੂ ਨੇ ਬੜੇ ਪਿਆਰ ਦੇ ਵਿੱਚ ਇਸ ਬੱਚੇ ਨੂੰ ਪੁੱਛਿਆ, ਤੇਰਾ ਨਾਂ ਕੀ ਹੈ? ਬਾਬਾ ਦੀਪ ਸਿੰਘ ਜੀ ਨੇ ਜੋ ਨਾਮ ਕਹਿ ਕੇ ਸਾਰੇ ਪੁਕਾਰਦੇ ਸੀ ਉਹ ਨਾਮ ਦੱਸਿਆ। ਮਹਾਰਾਜ ਦੀਪਾ ਕਹਿੰਦੇ ਆ ਸਾਰੇ ਮੈਨੂੰ। ਕਲਗੀਧਰ ਮਹਾਰਾਜ ਖੁਸ਼ ਹੋ ਕੇ ਕਹਿਣ ਲੱਗੇ, ਹਾਂ ਸੱਚਮੁੱਚ ਹੀ ਤੂੰ ਸਿੱਖੀ ਦਾ ਦੀਵਾ ਬਣੇਗਾ, ਦੀਪ ਬਣੇਗਾ। ਆਪ ਤਾਂ ਜਗੇਗਾ, ਹੋਰਾਂ ਨੂੰ ਵੀ ਜਗਾਵੇਂਗਾ, ਰੌਸ਼ਨੀ ਦੇਵੇਂਗਾ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਇੱਕ ਮਿਹਰ ਦੀ ਨਜ਼ਰ ਬਾਬਾ ਦੀਪ ਸਿੰਘ ਸਾਹਿਬ 'ਤੇ ਪਈ। ਆਪ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਭੌਰੇ ਬਣ ਗਏ। ਆਨੰਦਪੁਰ ਸਾਹਿਬ ਦੀ ਧਰਤੀ 'ਤੇ ਰਹਿ ਕੇ ਸਤਿਗੁਰੂ ਦੇ ਹਜ਼ੂਰ ਸੇਵਾ ਕਰਦੇ ਹੈ। ਮਾਤਾ ਪਿਤਾ 3 ਕੁ ਮਹੀਨੇ ਆਨੰਦਪੁਰ ਰਹਿ ਕੇ ਵਾਪਸ ਪਿੰਡ ਪਹੂਵਿੰਡ ਆ ਗਏ, ਪਰ ਬਾਬਾ ਦੀਪ ਸਿੰਘ ਜੀ ਉੱਥੇ ਹੀ ਰਹੇ। ਇੱਥੇ ਹੀ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਕੋਲੋਂ, 5 ਪਿਆਰੇ ਸਾਹਿਬਾਨਾਂ ਦੇ ਕੋਲੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਦੀਪੇ ਤੋਂ ਦੀਪ ਸਿੰਘ ਬਣੇ। ਅਸੀਂ ਸਾਰੇ ਸਤਿਕਾਰ ਦੇ ਨਾਲ ਇਹ ਨਾਮ ਪੁਕਾਰਦੇ ਹਾਂ, ਬਾਬਾ ਦੀਪ ਸਿੰਘ ਸਾਹਿਬ ਜੀ। ਇੱਥੇ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਸ਼ਸਤਰ ਤੇ ਸ਼ਾਸਤਰ ਵਿੱਦਿਆ ਦੀ ਦਾਤ ਬਖਸ਼ੀ। ਆਨੰਦਪੁਰ ਸਾਹਿਬ ਦੀ ਧਰਤੀ 'ਤੇ ਹੀ ਭਾਈ ਮਨੀ ਸਿੰਘ ਦੇ ਨਾਲ ਬਾਬਾ ਦੀਪ ਸਿੰਘ ਦਾ ਮੇਲ ਹੋਇਆ, ਕਿਉਂਕਿ ਭਾਈ ਮਨੀ ਸਿੰਘ ਜੀ 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਮਹਾਰਾਜ ਵੇਲੇ ਤੋਂ ਸਿੱਖ ਹਨ ਸਿੱਖੀ ਨੂੰ ਕਮਾਉਂਦੇ ਆ ਰਹੇ ਹੈ। ਭਾਈ ਮਨੀ ਸਿੰਘ ਜੀ ਦੀ ਖਾਸ ਡਿਊਟੀ ਹੁੰਦੀ ਸੀ, ਆਨੰਦਪੁਰ ਸਾਹਿਬ ਦੀ ਧਰਤੀ 'ਤੇ ਆਪ ਕਥਾ ਕਰਦੇ ਸੀ ਔਰ ਵਿਦਿਆਰਥੀਆਂ ਨੂੰ ਸ਼ਸਤਰ ਸ਼ਾਸਤਰ ਵਿੱਦਿਆ ਸਿਖਾਉਂਦੇ ਸੀ। ਬਾਬਾ ਦੀਪ ਸਿੰਘ ਜੀ ਭਾਈ ਮਨੀ ਸਿੰਘ ਜੀ ਦਾ ਗੂੜਾ ਪਿਆਰ ਪੈਦਾ ਹੋਇਆ। ਕੁਝ ਵਿੱਦਿਆ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਭਾਈ ਮਨੀ ਸਿੰਘ ਜੀ ਤੋਂ ਪ੍ਰਾਪਤ ਕੀਤੀ। ਆਨੰਦਪੁਰ ਸਾਹਿਬ ਦੀ ਧਰਤੀ 'ਤੇ ਰਹਿ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਰਹਿ ਕੇ ਬਾਬਾ ਦੀਪ ਸਿੰਘ ਜੀ ਸੇਵਾ ਕਰਦੇ ਰਹੇ। ਗੂੜਾ ਨਾਮ ਦਾ ਰੰਗ ਚੜ੍ਹ ਗਿਆ। ਸ਼ਸਤਰ ਸ਼ਾਸਤਰ ਵਿੱਦਿਆ ਦੇ ਵਿੱਚ ਆਪ ਜੀ ਨਿਪੁੰਨ ਹੋਏ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਬਾਬਾ ਦੀਪ ਸਿੰਘ ਜੀ ਦੇ ਉੱਤੇ ਬਹੁਤ ਮਿਹਰ ਦੀ ਦ੍ਰਿਸ਼ਟੀ ਕਰਦੇ। ਗੁਰੂ ਦੀ ਕਿਰਪਾ ਦ੍ਰਿਸ਼ਟੀ ਦੇ ਵਿੱਚ ਹੀ ਵੱਡੀਆਂ ਰਹਿਮਤਾਂ ਨੇ। ਸਮਾਂ ਲੰਘਿਆ, ਸੰਨ 1703 ਆਇਆ। ਬਾਬਾ ਦੀਪ ਸਿੰਘ ਸਾਹਿਬ ਜੀ ਦੇ ਮਾਤਾ ਪਿਤਾ ਆਨੰਦਪੁਰ ਪਹੁੰਚੇ। ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਜੀ ਪੁੱਤਰ ਨੂੰ ਲੈ ਕੇ ਜਾਣਾ ਹੈ। ਮੇਰੇ ਸਤਿਗੁਰੂ ਜੀ ਕਹਿੰਦੇ, ਹਾਂ ਜ਼ਰੂਰ ਲੈ ਜਾਓ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਮਿਹਰਾਮਤ ਕੀਤੀ। ਆਨੰਦਪੁਰ ਸਾਹਿਬ ਤੋਂ ਜਿਸ ਵੇਲੇ ਬਾਬਾ ਦੀਪ ਸਿੰਘ ਜੀ ਤੁਰਨ ਲੱਗੇ, ਹਜ਼ੂਰ ਦੇ ਚਰਨਾਂ 'ਚ ਮੱਥਾ ਟੇਕਿਆ। ਮੇਰੇ ਸਤਿਗੁਰੂ ਨੇ ਮਿਹਰ ਭਰਿਆ ਹੱਥ ਸਿਰ 'ਤੇ ਰੱਖਿਆ। ਬਚਨ ਕੀਤਾ, ਦੀਪ ਸਿੰਘ ਜੀ ਜਾ ਕਰਕੇ ਗੁਰਸਿੱਖੀ ਦਾ ਪ੍ਰਚਾਰ ਕਰਨਾ, ਵਿਦਿਆਰਥੀ ਪੜ੍ਹਾਇਓ, ਸ਼ਸਤਰ ਵਿੱਦਿਆ ਦੀ ਦਾਤ ਵਿਦਿਆਰਥੀਆਂ ਨੂੰ ਜ਼ਰੂਰ ਸਿਖਾਇਓ। ਮਹਾਰਾਜ ਦਾ ਬਚਨ 7 ਬਚਨ ਕਹਿ ਕੇ ਮੰਨਿਆ। ਮਾਤਾ ਪਿਤਾ ਦੇ ਨਾਲ ਆਪਣੇ ਪਿੰਡ ਵਾਪਸ ਪਹੂਵਿੰਡ ਆ ਗਏ। ਪਿੰਡ ਆ ਕਰਕੇ ਬਾਬਾ ਦੀਪ ਸਿੰਘ ਜੀ ਨੇ ਬਹੁਤ ਭਾਰੀ ਗੁਰਮਤਿ ਦਾ ਪ੍ਰਚਾਰ ਕੀਤਾ। ਪਿੰਡਾਂ ਵਿੱਚ ਜਾ ਕਰਕੇ ਗੁਰਮਤਿ ਦਾ ਪ੍ਰਚਾਰ ਕਰਦੇ
ਸਤਿਗੁਰੂ ਪਾਤਸ਼ਾਹ ਜੀ ਦੀ ਸਿੱਖੀ ਸਿਧਾਂਤ ਬਾਰੇ ਆਪ ਜੀ ਦੱਸਦੇ। ਬਹੁਤ ਸਾਰੇ ਵਿਦਿਆਰਥੀ ਆਪ ਜੀ ਦੇ ਕੋਲ ਵਿੱਦਿਆ ਪੜ੍ਹਦੇ ਸਤਿਗੁਰੂ ਪਾਤਸ਼ਾਹ ਜੀ ਦੇ ਬਚਨਾਂ ਨੂੰ ਬਾਬਾ ਦੀਪ ਸਿੰਘ ਕਮਾਉਂਦੇ ਰਹੇ। ਅਤੇ ਇੱਧਰ ਆਪ ਸਭ ਜਾਣਦੇ ਹੋ, ਅਨੰਦਪੁਰ ਸਾਹਿਬ ਦੀ ਧਰਤੀ 'ਤੇ ਸੰਨ 1704 ਨੂੰ ਜਦੋਂ ਤਕਰੀਬਨ 8 ਮਹੀਨੇ ਘੇਰਾ ਪਿਆ ਰਿਹਾ, ਪਹਾੜੀਆਂ ਨੇ ਔਰ ਤੁਰਕ ਫੌਜਾਂ ਨੇ ਕੁਰਾਨ ਦੀਆਂ ਕਸਮਾਂ ਖਾਧੀਆਂ, ਪਹਾੜੀਆਂ ਨੇ ਗਊ ਦੀਆਂ ਕਸਮਾਂ ਖਾਧੀਆਂ। ਮੇਰੇ ਸਤਿਗੁਰੂ ਨੇ ਅਨੰਦਪੁਰ ਛੱਡਿਆ, ਸਰਸਾ ਤੇ ਪਰਿਵਾਰ ਵਿਛੜਿਆ। ਚਮਕੌਰ ਜੰਗ ਹੋਈ, ਵੱਡੇ ਪੁੱਤਰਾਂ ਦੀ ਸ਼ਹਾਦਤ ਹੋਈ। ਇੱਥੇ 5 ਪਿਆਰਿਆਂ 'ਚੋਂ 3 ਪਿਆਰੇ ਸ਼ਹੀਦ ਹੋਏ, ਹੋਰ ਸਿੰਘਾਂ ਦੀ ਸ਼ਹਾਦਤ ਹੋਈ। ਸਰਹੰਦ ਦੀ ਧਰਤੀ 'ਤੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਸ਼ਹੀਦ ਹੋਏ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਮਾਛੀਵਾੜੇ ਤੋਂ ਹੁੰਦੇ ਹੋਏ ਰਾਏਕੋਟ ਸਤਿਗੁਰੂ ਨੂੰ ਨੂਰਾ ਮਾਹੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖਬਰ ਦਿੰਦਾ ਹੈ, ਛੋਟੇ ਸਾਹਿਬਜ਼ਾਦਿਆਂ ਦੀ। ਇੱਥੋਂ ਸਤਿਗੁਰੂ ਪਾਤਸ਼ਾਹ ਅੱਗੋਂ ਦੀਨੇ ਕਾਂਗੜ ਤੋਂ ਹੁੰਦੇ ਹੋਏ ਭਗਤਾ ਭਾਈ ਅਗਾਂ ਕੋਟ ਕਪੂਰੇ ਢਿਲਵਾਂ ਜੈਤੋ ਦੀ ਜੂਹ ਤੋਂ ਹੁੰਦੇ ਹੋਏ ਮੇਰੇ ਸਤਿਗੁਰੂ ਖਿਦਰਾਣੇ ਦੀ ਢਾਬ ਪੁੱਜਦੇ ਹੈ। ਮੁਕਤਸਰ ਸਾਹਿਬ ਦੀ ਜੰਗ ਹੁੰਦੀ ਹੈ, ਭਾਈ ਮਹਾਂ ਸਿੰਘ ਬਿਦਾਵਾ ਪੜਵਾਉਂਦੇ ਹੈ। ਇਹ ਜੰਗ ਜਿੱਤਣ ਤੋਂ ਬਾਅਦ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨਗਰਾਂ ਦੇ ਵਿੱਚ ਗੁਰਸਿੱਖਾਂ ਨੂੰ ਨਿਹਾਲ ਕਰਦੇ ਹੋਏ ਸਾਬੋ ਕੀ ਤਲਵੰਡੀ ਆਉਂਦੇ ਹੈ, ਜਿੱਥੇ ਅੱਜ ਕੱਲ੍ਹ ਅਸਥਾਨ ਦਮਦਮਾ ਸਾਹਿਬ ਸੁਸ਼ੋਭਿਤ ਹੈ, ਤਖਤ ਸ੍ਰੀ ਦਮਦਮਾ ਸਾਹਿਬ ਜੀ। ਹਜ਼ੂਰ ਪਾਤਸ਼ਾਹ ਜੀ ਇੱਥੇ ਜਦੋਂ ਆਉਂਦੇ ਹੈ, ਇੱਥੇ ਫਿਰ ਰੌਣਕਾਂ ਲੱਗਦੀਆਂ, ਗੁਰੂ ਕੇ ਸਿੱਖ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਹੁੰਦੇ ਹੈ। ਉਧਰੋਂ ਭਾਈ ਮਨੀ ਸਿੰਘ ਜੀ ਦਿੱਲੀ ਤੋਂ ਆ ਜਾਂਦੇ ਹੈ ਮਾਤਾਵਾਂ ਦੇ ਨਾਲ। ਮਾਤਾ ਜੀ ਮਾਤਾ ਸਾਹਿਬ ਕੌਰ ਜੀ ਔਰ ਇਸੇ ਹੀ ਤਰ੍ਹਾਂ ਮਾਤਾ ਸੁੰਦਰ ਕੌਰ ਜੀ ਸਤਿਗੁਰੂ ਦੇ ਇੱਥੇ ਆ ਕੇ ਦਰਸ਼ਨ ਕਰਦੇ ਹੈ। ਇੱਥੇ ਹੀ ਆ ਕੇ ਪੁੱਛਦੇ ਹੈ ਮਹਾਰਾਜ ਨੂੰ ਵੀ ਸੱਚੇ ਪਾਤਸ਼ਾਹ ਸਾਹਿਬਜ਼ਾਦੇ ਨਜ਼ਰ ਨਹੀਂ ਆਉਂਦੇ। ਅਤੇ ਕਲਗੀਧਰ ਪਾਤਸ਼ਾਹ ਜੀ ਖਾਲਸੇ ਵੱਲ ਹੱਥ ਕਰਕੇ ਬਚਨ ਕਰਦੇ ਹੈ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਸਤਿਗੁਰੂ ਪਾਤਸ਼ਾਹ ਜੀ ਇੱਥੇ ਫਿਰ ਗੁਰੂ ਕੇ ਸਿੰਘਾਂ ਨੂੰ ਬਾਣੀ ਦੀ ਸੰਥਿਆ ਅਤੇ ਅਰਥ ਪੜ੍ਹਾਉਂਦੇ ਹੈ। ਅਨੰਦਪੁਰ ਸਾਹਿਬ ਮਹਾਰਾਜ ਨੇ ਬਚਨ ਕੀਤਾ ਸੀ ਵੀ ਅਸੀਂ ਆਪ ਬਾਣੀ ਦੀ ਸੰਥਿਆ ਅਤੇ ਅਰਥ ਤੁਹਾਨੂੰ ਪੜ੍ਹਾਵਾਂਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੁਝ ਸਿੰਘ ਭੇਜੇ ਧੀਰਮਲ ਕੋਲ ਕਰਤਾਰਪੁਰ ਵੀ ਪੰਚਮ ਪਾਤਸ਼ਾਹ ਜੀ ਨੇ ਜਿਹੜਾ ਸਵਰੂਪ ਭਾਈ ਗੁਰਦਾਸ ਤੋਂ ਲਿਖਵਾਇਆ ਸੀ ਉਹ ਕਰਤਾਰਪੁਰ ਹੈ, ਲੈ ਕੇ ਆਓ। ਸਿੰਘ ਗਏ, ਪਰ ਧੀਰਮਲ ਨੇ ਇਨਕਾਰ ਕਰ ਦਿੱਤਾ ਵੀ ਜੇ ਉਹ ਆਪ ਗੁਰੂ ਨੇ ਤਾਂ ਆਪ ਬਾਣੀ ਕਿਉਂ ਨਹੀਂ ਰਚ ਲੈਂਦੇ। ਸਿੰਘ ਵਾਪਸ ਆ ਗਏ, ਕਲਗੀਧਰ ਜੀ ਨੂੰ ਦੱਸਿਆ, ਮਹਾਰਾਜ ਕਹਿੰਦੇ ਕੋਈ ਗੱਲ ਨਹੀਂ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਾਬਾ ਦੀਪ ਸਿੰਘ ਜੀ ਨੂੰ ਸੁਨੇਹਾ ਭੇਜਿਆ, ਪਹੂਵਿੰਡ ਹਾਜ਼ਰ ਹੋਵੋ। ਗੁਰੂ ਕਾ ਸਿੱਖ ਸੁਨੇਹਾ ਲੈ ਕੇ ਗਿਆ, ਬਾਬਾ ਦੀਪ ਸਿੰਘ ਜੀ ਨੂੰ ਸੁਨੇਹਾ ਦਿੱਤਾ, ਤੁਹਾਨੂੰ ਕਲਗੀ ਵਾਲੇ ਸਤਿਗੁਰੂ ਚੇਤੇ ਕਰਦੇ ਹੈ। ਆਪ ਜੀ ਉਸੇ ਵੇਲੇ ਹੀ ਆਪਣੇ ਨਗਰ ਤੋਂ ਚੱਲ ਪਏ, ਦਮਦਮਾ ਸਾਹਿਬ ਦੀ ਧਰਤੀ 'ਤੇ ਆ ਕੇ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ 'ਚ ਹਾਜ਼ਰ ਹੋਏ। ਬੜੇ ਸਤਿਕਾਰ ਦੇ ਨਾਲ ਮੱਥਾ ਟੇਕਿਆ, ਸਤਿਗੁਰੂ ਤੋਂ ਸੇਵਾ ਪੁੱਛੀ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਬਚਨ ਕੀਤਾ ਵੀ ਅਸੀਂ ਬਾਣੀ ਲਿਖਵਾਵਾਂਗੇ, ਅਰਥ ਪੜ੍ਹਾਵਾਂਗੇ, ਤੁਸੀਂ ਕਾਗਜ਼ ਕਲਮ ਦਵਾਤ ਸਿਆਹੀ ਦੀ ਇਹ ਸੇਵਾ ਤੁਸਾਂ ਕਰਨੀ ਹੈ। ਬਾਬਾ ਦੀਪ ਸਿੰਘ ਜੀ ਨੇ 7 ਬਚਨ ਕਹਿ ਕਰਕੇ ਸੇਵਾ ਪ੍ਰਵਾਨ ਕੀਤੀ। ਮੇਰੇ ਹਜ਼ੂਰ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਨੂੰ ਲਿਖਾਰੀ ਲਾਇਆ। ਆਪ ਸਤਿਗੁਰੂ ਕੰਠੋਂ ਬਾਣੀ ਉਚਾਰਦੇ ਹੈ। ਸਵੇਰ ਦੇ ਪਹਿਰ ਬਾਣੀ ਉਚਾਰਦੇ ਭਾਈ ਮਨੀ ਸਿੰਘ ਜੀ ਲਿਖਦੇ ਹੈ ਅਤੇ ਸ਼ਾਮ ਵੇਲੇ ਪਾਤਸ਼ਾਹ ਜੀ ਲਿਖਵਾਈ ਹੋਈ ਬਾਣੀ ਦੇ ਅਰਥ ਗੁਰੂ ਕੇ ਸਿੰਘਾਂ ਨੂੰ ਪੜ੍ਹਾਉਂਦੇ ਹੈ। ਕੁੱਲ 48 ਸਿੰਘ ਸਨ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਸੰਥਿਆ ਅਰਥ ਬੋਧ ਕਰਵਾਏ। ਬਾਬਾ ਦੀਪ ਸਿੰਘ ਜੀ ਕਲਮ ਦਵਾਤ ਸਿਆਹੀ ਦੀ ਸੇਵਾ ਕਰਦੇ, ਭਾਈ ਮਨੀ ਸਿੰਘ ਜੀ ਲਿਖਦੇ ਹੈ। ਔਰ ਫਿਰ ਸਤਿਗੁਰੂ ਜੀ ਨੇ ਸਾਰੀ ਬਾਣੀ ਕੰਠੋਂ ਉਚਾਰੀ।
ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ। ਅਸੀਂ ਸਦੀਆਂ ਬਾਅਦ ਇਹ ਗੱਲ ਪੜ੍ਹਦੇ ਹਾਂ ਤਵਾਰੀਖ ਦੇ ਵਿੱਚ। ਸਤਿਕਾਰਯੋਗ ਭਾਈ ਕਾਨ੍ਹ ਸਿੰਘ ਜੀ ਨਾਭਾ, ਭਾਈ ਕਾਨ੍ਹ ਸਿੰਘ ਨਾਭਾ ਜੀ ਦੇ ਪਿਤਾ ਬਾਬਾ ਨਰੈਣ ਸਿੰਘ ਜੀ ਨੂੰ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕੰਠ ਸੀ, ਇੱਕ ਓਅੰਕਾਰ ਤੋਂ 18-10-20 ਤੱਕ। ਇਹ ਪ੍ਰਮਾਤਮਾ ਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ। ਬੁੱਧੀ ਦੇ ਤਲ 'ਤੇ ਇੰਨਾ ਕੁਝ ਨਹੀਂ ਹੋ ਸਕਦਾ। ਵਾਹਿਗੁਰੂ ਦੀ ਮਿਹਰ ਦੇ ਨਾਲ ਹੀ ਸਭ ਕੁਝ ਹੈ। ਜੇ ਇੱਕ ਸਿੱਖ ਬਾਬਾ ਨਰੈਣ ਸਿੰਘ ਜੀ ਨੂੰ ਸੰਪੂਰਨ ਬਾਣੀ ਕੰਠ ਹੈ, ਗੁਰੂ ਤਾਂ ਸਮਰੱਥ ਹੈ। ਜੋਤ ਉਹੀ ਹੈ ਜੋ ਵੱਖ-ਵੱਖ ਸਰੀਰਾਂ ਦੇ ਵਿੱਚ ਵਰਤੀ ਔਰ ਸਤਿਗੁਰੂ ਨੇ ਬਾਣੀ ਉਚਾਰੀ। ਇੱਕ ਓਅੰਕਾਰ ਤੋਂ 18-10-20 ਤੱਕ ਕੰਠੋਂ ਬਾਣੀ ਉਚਾਰ ਕੇ ਭਾਈ ਮਨੀ ਸਿੰਘ ਤੋਂ ਸਤਿਗੁਰੂ ਨੇ ਲਿਖਵਾਈ ਅਤੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ। ਕਿਉਂਕਿ ਜਿਹੜਾ ਪੰਚਮ ਪਾਤਸ਼ਾਹ ਜੀ ਨੇ ਸਵਰੂਪ ਲਿਖਵਾਇਆ ਸੀ, ਉਸ ਦੇ ਵਿੱਚ ਨਾਵੇਂ ਪਾਤਸ਼ਾਹ ਜੀ ਦੀ ਬਾਣੀ ਨਹੀਂ ਸੀ। ਨਾਵੇਂ ਪਾਤਸ਼ਾਹ ਜੀ ਨੇ ਜਿਹੜੀ ਬਾਣੀ ਉਚਾਰੀ ਉਹ ਦਮਦਮਾ ਸਾਹਿਬ ਮਹਾਰਾਜ ਜੀ ਨੇ ਲਿਖਵਾਈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਇਹੀ ਕਾਰਨ ਇਸ ਬੀੜ ਨੂੰ ਦਮਦਮੀ ਬੀੜ ਕਿਹਾ ਜਾਂਦਾ ਹੈ, ਕਿਉਂਕਿ ਦਮਦਮਾ ਸਾਹਿਬ ਮਹਾਰਾਜ ਨੇ ਲਿਖਵਾਈ। ਜਿਹੜਾ ਸਵਰੂਪ ਭਾਈ ਗੁਰਦਾਸ ਜੀ ਨੇ ਲਿਖਿਆ ਸੀ, ਗੁਰੂ ਅਰਜਨ ਦੇਵ ਜੀ ਨੇ ਲਿਖਵਾਇਆ ਸੀ, ਉਸ ਸਰੂਪ ਦੇ ਵਿੱਚ 30 ਰਾਗਾਂ 'ਚ ਬਾਣੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹੜਾ ਸਵਰੂਪ ਲਿਖਵਾਇਆ, ਇਸ ਦੇ ਵਿੱਚ 31 ਰਾਗਾਂ ਦੇ ਵਿੱਚ ਬਾਣੀ ਹੈ। ਕਿਉਂਕਿ 31ਵਾਂ ਰਾਗ ਜੈਜਾਵੰਤੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਹੈ। ਇਸ ਰਾਗ ਵਿੱਚ ਸਤਿਗੁਰੂ ਤੇਗ ਬਹਾਦਰ ਜੀ ਦੇ ਸ਼ਬਦ ਹਨ। ਪਹਿਲਾਂ ਪ੍ਰਭਾਤੀ ਰਾਗ ਤੱਕ ਸੀ। ਸੋ 31 ਰਾਗਾਂ ਦੇ ਵਿੱਚ ਔਰ ਰਾਗਾਂ ਤੋਂ ਮੁਕਤ ਅੱਗੇ ਜਿਹੜੀ ਬਾਣੀ ਸਤਿਗੁਰੂ ਨੇ ਸਾਰੀ ਲਿਖਵਾਈ। ਇਹ ਕਾਰਜ 9 ਮਹੀਨੇ 9 ਦਿਨਾਂ ਦੇ ਵਿੱਚ ਸੰਪੂਰਨ ਹੋਇਆ। ਤੁਸੀਂ ਦਮਦਮਾ ਸਾਹਿਬ ਦਰਸ਼ਨ ਕਰਨ ਜਾਓ, ਲਿਖਣਸਰ ਸਾਹਿਬ ਸਤਿਗੁਰੂ ਦਾ ਪਵਿੱਤਰ ਅਸਥਾਨ ਹੈ। ਅੱਜ ਵੀ ਸਿੱਖ ਉੱਥੇ ਗੁਰਮੁਖੀ ਲਿਖ ਕਰਕੇ 35 ਲਿਖ ਕਰਕੇ ਮਹਾਰਾਜ ਤੋਂ ਅਸੀਸ ਲੈਂਦੇ ਹੈ। ਕਲਗੀਧਰ ਪਾਤਸ਼ਾਹ ਜੀ ਨੇ ਇਸ ਧਰਤੀ ਨੂੰ ਵਰ ਦਿੱਤਾ, ਇਹ ਹੈ ਪ੍ਰਗਟ ਹਮਾਰੀ ਕਾਂਸੀ, ਵੀ ਇਹ ਸਾਡੀ ਕਾਂਸ਼ੀ ਹੈ। ਇੱਥੇ ਜਿਹੜਾ ਵੀ ਪੜ੍ਹੇਗਾ, ਵਿਦਿਆ ਗ੍ਰਹਿਣ ਕਰੇਗਾ, ਉਹ ਕਵੀ ਵਿਦਵਾਨ ਵੱਡਾ ਬਣੇਗਾ। ਸਤਿਗੁਰੂ ਪਾਤਸ਼ਾਹ ਕਲਗੀਧਰ ਜੀ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਹੋ ਗਈ, ਅਰਦਾਸ ਬੇਨਤੀ ਕੀਤੀ, ਹੁਕਮ ਆਇਆ ਟੋਡੀ ਮਹੱਲਾ 5ਵਾਂ, ਸਤਿਗੁਰ ਆਇਓ ਸਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਸੋ 48 ਸਿੰਘਾਂ ਨੂੰ ਮਹਾਰਾਜ ਨੇ ਵਿਦੇ ਮੁਕਤ ਕਰ ਦਿੱਤਾ। ਬਾਬਾ ਦੀਪ ਸਿੰਘ ਸਾਹਿਬ ਜੀ ਔਰ ਭਾਈ ਮਨੀ ਸਿੰਘ ਸਾਹਿਬ ਜੀ ਦੀ ਖਾਸ ਮਹਾਰਾਜ ਨੇ ਡਿਊਟੀ ਲਾਈ ਕਿ ਤੁਸੀਂ ਜੋ ਵਿਦਿਆ ਗ੍ਰਹਿਣ ਕੀਤੀ ਹੈ, ਵਿਦਿਆ ਸੰਥਿਆ ਅੱਗੇ ਪੜ੍ਹਾਉਣੀ ਹੈ, ਅਰਥ ਪੜ੍ਹਾਉਣੇ ਹੈ। ਸਤਿਗੁਰੂ ਦੇ ਬਚਨਾਂ ਨੂੰ ਬਾਖੂਬੀ ਨਿਭਾਇਆ ਬਾਬਾ ਦੀਪ ਸਿੰਘ ਭਾਈ ਮਨੀ ਸਿੰਘ ਸਾਹਿਬ ਜੀ ਨੇ, ਔਰ ਬਖਸ਼ਿਸ਼ ਦੇ ਬਚਨ ਵੀ ਮਹਾਰਾਜ ਨੇ ਕੀਤੇ। ਫਿਰ ਕਲਗੀਧਰ ਪਾਤਸ਼ਾਹ ਮਹਾਰਾਜ ਦੱਖਣ ਚਲੇ ਜਾਂਦੇ ਹੈ। ਉੱਥੇ ਜਦੋਂ ਮੇਰੇ ਹਜੂਰ ਪਾਤਸ਼ਾਹ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ਦੇ ਹੈ, ਤਾਂ ਮੇਰੇ ਸਤਿਗੁਰੂ ਪਾਤਸ਼ਾਹ ਭਾਈ ਮਨੀ ਸਿੰਘ ਜੀ ਨੂੰ ਚੌਰ ਬਰਦਾਰ ਖੜਿਆਉਂਦੇ ਹੈ। ਭਾਈ ਮਨੀ ਸਿੰਘ ਸਾਹਿਬ ਜੀ ਚੌਰ ਸਾਹਿਬ ਦੀ ਸੇਵਾ ਕਰਦੇ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ, ਅਤੇ 5 ਸਿੰਘਾਂ ਨੂੰ 5 ਪਿਆਰਿਆਂ ਦੇ ਰੂਪ ਵਿੱਚ ਕਲਗੀਧਰ ਮਹਾਰਾਜ ਜੀ ਆਪਣੇ ਕੋਲ ਖੜ੍ਹੇ ਕਰਦੇ ਹੈ। ਇਹਨਾਂ 5 ਦੇ ਵਿੱਚ ਬਾਬਾ ਦੀਪ ਸਿੰਘ ਸਾਹਿਬ ਜੀ, ਪਿਆਰੇ ਭਾਈ ਧਰਮ ਸਿੰਘ ਜੀ, ਭਾਈ ਗੁਰਬਖਸ਼ ਸਿੰਘ ਜੀ, ਭਾਈ ਸੰਤੋਖ ਸਿੰਘ ਅਤੇ ਭਾਈ ਹਰ ਸਿੰਘ। ਇਹ 5 ਸਿੰਘ 5 ਪਿਆਰਿਆਂ ਦੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਖੜ੍ਹੇ ਹੁੰਦੇ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਬਖਸ਼ਦੇ ਹੈ। ਉੱਥੋਂ ਫਿਰ ਬਾਬਾ ਦੀਪ ਸਿੰਘ ਸਾਹਿਬ ਭਾਈ ਮਨੀ ਸਿੰਘ ਜੀ ਵਾਪਸ ਆ ਜਾਂਦੇ ਹੈ ਪੰਜਾਬ ਦੀ ਧਰਤੀ 'ਤੇ, ਔਰ ਸਤਿਗੁਰੂ ਪਾਤਸ਼ਾਹ ਜੀ ਦੇ ਬਚਨਾਂ ਨੂੰ ਪਾਲਦੇ ਹੈ। ਜੋ ਮਹਾਰਾਜ ਤੋਂ ਵਿੱਦਿਆ ਪ੍ਰਾਪਤ ਕੀਤੀ ਆਪ ਅੱਗੇ ਪੜ੍ਹਾਉਂਦੇ ਹੈ, ਸ਼ਸਤਰ ਅਤੇ ਸ਼ਾਸਤਰ ਵਿੱਦਿਆ ਸਿਖਾਉਂਦੇ ਹੈ। ਬਾਬਾ ਦੀਪ ਸਿੰਘ ਸਾਹਿਬ ਜੀ ਦਮਦਮਾ ਸਾਹਿਬ ਦੀ ਧਰਤੀ 'ਤੇ ਟਿਕ ਜਾਂਦੇ ਹੈ। ਇੱਥੇ ਰਹਿ ਕਰਕੇ ਆਪ ਜਪ ਤਪ ਸੇਵਾ ਸਿਮਰਨ ਕਰਦੇ ਹੈ, ਵਿਦਿਆਰਥੀਆਂ ਨੂੰ ਵਿੱਦਿਆ ਪੜ੍ਹਾਉਂਦੇ ਹੈ। ਔਰ ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ
ਬਾਬਾ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦਿੰਦੇ ਹੈ। ਸਾਰੀਆਂ ਘਟਨਾਵਾਂ ਹੋ ਜਾਂਦੀਆਂ ਨੇ ਔਰ ਬਾਬਾ ਬੰਦਾ ਸਿੰਘ ਬਹਾਦਰ ਇੱਥੇ ਪੰਜਾਬ ਆਉਂਦੇ ਹੈ ਤਾਂ ਬਾਬਾ ਦੀਪ ਸਿੰਘ ਸਾਹਿਬ ਜੀ ਬਾਅਦ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਜਾ ਰਲਦੇ ਹੈ, ਜੋ ਸੰਨ 1710 ਦੇ ਵਿੱਚ ਚੱਪੜਚਿੜੀ ਦੇ ਮੈਦਾਨ ਦੇ ਵਿੱਚ ਸੂਬਾ ਸਰਹੰਦ ਵਜ਼ੀਰ ਖਾਂ ਦੀਆਂ ਫੌਜਾਂ ਦੇ ਨਾਲ ਟਾਕਰਾ ਹੁੰਦਾ ਹੈ ਬਾਬਾ ਬੰਦਾ ਸਿੰਘ ਬਹਾਦਰ ਦਾ। ਇਸ ਦੇ ਵਿੱਚ ਬਾਬਾ ਦੀਪ ਸਿੰਘ ਸਾਹਿਬ ਜੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਮਿਲ ਕਰਕੇ ਜੰਗ ਕਰਦੇ ਹੈ। ਸੂਬਾ ਸਰਹੰਦ ਵਜ਼ੀਰ ਖਾਂ ਮਾਰਿਆ ਜਾਂਦਾ ਹੈ। ਸਰਹੰਦ ਦੀ ਇੱਟ ਨਾਲ ਇੱਟ ਖਾਲਸਾ ਖੜਕਾ ਦਿੰਦਾ ਹੈ ਔਰ ਸਰਹੰਦ ਦੇ ਉੱਤੇ ਖਾਲਸਾਈ ਪਰਚਮ ਲਹਿਰਾਉਂਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਇਸ ਜੰਗ ਦੇ ਵਿੱਚ ਬੜੀ ਵੀਰਤਾ ਦੇ ਨਾਲ ਲੜਦੇ ਹੈ। ਬਾਬਾ ਦੀਪ ਸਿੰਘ ਜੀ ਬੜੀ ਵੀਰਤਾ ਨਾਲ ਲੜਦੇ ਹੈ। ਇਸ ਜੰਗ ਵਿੱਚ ਬਾਬਾ ਦੀਪ ਸਿੰਘ ਸਾਹਿਬ ਦਾ ਇੱਕ ਦੰਦ ਵੀ ਟੁੱਟ ਗਿਆ ਸੀ ਜੰਗ ਕਰਦਿਆਂ। ਆਪ ਜੀ ਨੂੰ ਖਿਤਾਬ ਮਿਲਿਆ ਜਿੰਦਾ ਸ਼ਹੀਦ ਦਾ। ਉਦੋਂ ਤੋਂ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਜਿੰਦਾ ਸ਼ਹੀਦ ਕਹਿਣ ਲੱਗ ਪਏ। ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਆਪ ਜੀ ਨਾਲ ਰਹੇ, ਮੁਹਿੰਮਾਂ ਜੰਗਾਂ ਦੇ ਵਿੱਚ ਜਾਂਦੇ ਰਹੇ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਅਨੰਦਪੁਰ ਸਾਹਿਬ ਗਏ ਉਦੋਂ ਵੀ ਬਾਬਾ ਦੀਪ ਸਿੰਘ ਸਾਹਿਬ ਉੱਥੇ ਨਾਲ ਰਹੇ। ਤਕਰੀਬਨ 3 ਮਹੀਨੇ ਅਨੰਦਪੁਰ ਸਾਹਿਬ ਰਹਿ ਕੇ ਕਥਾ ਕੀਰਤਨ ਕਰਦੇ ਰਹੇ। ਬਾਬਾ ਬੰਦਾ ਸਿੰਘ ਜੀ ਬੜੇ ਆਪ ਤੋਂ ਪ੍ਰਭਾਵਿਤ ਹੋਏ। ਸਮਾਂ ਆਪਣੀ ਚਾਲ ਨਾਲ ਚੱਲਦਾ ਹੈ। ਸੰਨ 1716 ਦੇ ਵਿੱਚ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਹੋ ਜਾਂਦੀ ਹੈ, ਆਪ ਫਿਰ ਦਮਦਮਾ ਸਾਹਿਬ ਦੀ ਧਰਤੀ 'ਤੇ ਟਿਕ ਜਾਂਦੇ ਹੈ। ਇੱਥੇ ਟਿਕ ਕਰਕੇ ਬਾਣੀ ਪੜ੍ਹਦੇ ਹੈ, ਸਿਮਰਨ ਅਭਿਆਸ ਕਰਦੇ ਹੈ। 4 ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੇ ਸਵਰੂਪ ਬਾਬਾ ਦੀਪ ਸਿੰਘ ਜੀ ਗੁਰਮੁਖੀ ਵਿੱਚ ਲਿਖਦੇ ਹੈ ਔਰ ਇਹ 4 ਸਵਰੂਪ ਲਿਖ ਕਰਕੇ ਆਪ 4 ਤਖਤਾਂ 'ਤੇ ਭੇਜਦੇ ਹੈ। ਸ਼੍ਰੀ ਅਕਾਲ ਤਖਤ ਸਾਹਿਬ ਇੱਕ ਸਵਰੂਪ ਭੇਜਦੇ ਹੈ। ਦੂਜਾ ਸਵਰੂਪ ਜਿੱਥੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਦੀਪੇ ਤੋਂ ਦੀਪ ਸਿੰਘ ਬਣੇ ਆਪ ਜੀ ਸ੍ਰੀ ਕੇਸਗੜ੍ਹ ਸਾਹਿਬ। ਇਸੇ ਤਰ੍ਹਾਂ ਤੀਜਾ ਸਵਰੂਪ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਭੇਜਦੇ ਹੈ। ਚੌਥਾ ਸਵਰੂਪ ਅਬਚਲ ਨਗਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਭੇਜਦੇ ਹੈ, ਜਿੱਥੇ ਆਪ ਗੁਰਮੁਖੀ ਦੇ ਵੱਡੇ ਵਿਦਵਾਨ ਸਨ, ਅਰਬੀ ਫਾਰਸੀ ਦੇ ਵੀ ਵੱਡੇ ਵਿਦਵਾਨ ਸਨ ਬਾਬਾ ਦੀਪ ਸਿੰਘ ਜੀ। ਇੱਕ ਸਵਰੂਪ ਅਰਬੀ ਭਾਸ਼ਾ ਦੇ ਵਿੱਚ ਲਿਖ ਕੇ ਬਾਬਾ ਦੀਪ ਸਿੰਘ ਜੀ ਅਰਬ ਦੇਸ਼ ਨੂੰ ਭੇਜਦੇ ਹੈ। ਇਸ ਤਰ੍ਹਾਂ 5 ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੂਪ ਆਪ ਜੀ ਨੇ ਲਿਖੇ। ਬਾਣੀ ਆਪ ਜੀ ਦੇ ਸਰੀਰ ਦੇ ਵਿੱਚ ਰਚ ਗਈ ਸੀ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ 3 ਹੱਥ ਚੜਿਆ ਰਾਮ, ਗੁਰਬਾਣੀ ਲਾਗੇ 3 ਹੱਥ ਚੜਿਆ ਨਿਰਮੋਲਕ ਰਤਨ ਅਪਾਰਾ, ਹਰ ਹਰ ਨਾਮ ਅਤੋਲਕ ਪਾਇਆ ਤੇਰੀ ਭਗਤ ਭਰੇ ਭੰਡਾਰਾ, ਸਮੁੰਦ ਵਿਰੋਲ ਸਰੀਰ ਹਮ ਦੇਖਿਆ ਇੱਕ ਵਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਭਾਈ। ਦਮਦਮਾ ਸਾਹਿਬ ਦੀ ਧਰਤੀ 'ਤੇ ਆਪ ਲੰਮਾ ਸਮਾਂ ਟਿਕਦੇ ਹੈ। ਫਿਰ ਇਸ ਤੋਂ ਅੱਗੇ ਅਸੀਂ ਵੇਖਦੇ ਹਾਂ ਸੰਨ 1734 ਦੇ ਵਿੱਚ ਜਦੋਂ ਲਾਹੌਰ ਦਰਬਾਰ ਵੱਲੋਂ ਨਵਾਬੀ ਆਉਂਦੀ ਹੈ, ਸਰਦਾਰ ਕਪੂਰ ਸਿੰਘ ਸਾਹਿਬ ਜੀ ਨੂੰ ਨਵਾਬੀ ਦਿੱਤੀ ਜਾਂਦੀ ਹੈ, ਖਿਲਤ ਦਿੱਤੀ ਜਾਂਦੀ ਹੈ, ਤਾਂ 5 ਪਿਆਰਿਆਂ ਦੇ ਚਰਨਾਂ ਦੇ ਨਾਲ ਸੁਹਾ ਕੇ ਨਵਾਬੀ ਦਿੱਤੀ ਜਾਂਦੀ ਹੈ। ਉਦੋਂ ਵੀ 5 ਪਿਆਰਿਆਂ ਦੇ ਵਿੱਚ ਬਾਬਾ ਦੀਪ ਸਿੰਘ ਜੀ ਸ਼ਾਮਲ ਹੁੰਦੇ ਹੈ। ਸਮਾਂ ਫਿਰ ਅੱਗੇ ਚੱਲਦਾ ਹੈ। ਨਵਾਬ ਕਪੂਰ ਸਿੰਘ ਜੀ 2 ਵੱਡੇ ਦਲ ਬਣਾਉਂਦੇ ਹੈ, ਬੁੱਢਾ ਦਲ ਅਤੇ ਤਰਨਾ ਦਲ। ਸੋ ਤਰਨਾ ਦਲ ਦੇ ਅੱਗੇ 5 ਜਥੇ ਬਣਾਏ ਜਾਂਦੇ ਹੈ। ਸੋ ਇੱਕ ਜਥੇ ਦੇ ਜਥੇਦਾਰ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਬਣਾਇਆ ਜਾਂਦਾ ਹੈ। ਇਹ ਜਥੇ ਦਾ ਨਾਮ ਮਿਸਲ ਸ਼ਹੀਦਾਂ ਸੀ। ਸੋ ਸ਼ਹੀਦਾਂ ਵਾਲੀ ਮਿਸਲ ਦੇ ਆਪ ਮੁਖੀ ਹੋਏ ਬਾਬਾ ਦੀਪ ਸਿੰਘ ਸਾਹਿਬ ਜੀ। ਦਮਦਮਾ ਸਾਹਿਬ ਦੀ ਧਰਤੀ 'ਤੇ ਰਹਿ ਕੇ ਆਪ ਜੀ ਵਿਦਿਆਰਥੀ ਪੜ੍ਹਾਉਂਦੇ ਰਹੇ। ਇੱਥੇ ਹੀ ਦਮਦਮਾ ਸਾਹਿਬ ਦੀ ਧਰਤੀ 'ਤੇ ਰਹਿ ਕੇ ਜੋ ਵਿਦਿਆਰਥੀ ਪੜ੍ਹਾਏ, ਸੰਪਰਦਾਇ ਪ੍ਰਣਾਲੀ ਚੱਲੀ ਔਰ ਇਸੇ ਕਰਕੇ ਉਹਨਾਂ ਗਿਆਨੀਆਂ ਨੂੰ ਜੋ ਉੱਥੇ ਪੜ੍ਹੇ, ਵਿਦਿਆ ਗ੍ਰਹਿਣ ਕੀਤੀ। ਦਮਦਮਾ ਸਾਹਿਬ ਇੱਥੇ ਹੀ ਆਪ ਦਮਦਮੀ ਟਕਸਾਲ ਦੀ ਸਥਾਪਨਾ ਕਰਦੇ। ਵਿਦਿਆ ਦਾ ਸਿਲਸਿਲਾ ਪੜ੍ਹਨ ਪੜ੍ਹਾਉਣ ਦਾ ਅੱਗੇ ਚੱਲਦਾ ਹੈ। ਬਾਬਾ ਦੀਪ ਸਿੰਘ ਸਾਹਿਬ ਜਦੋਂ ਦਮਦਮਾ ਸਾਹਿਬ ਦੀ ਧਰਤੀ 'ਤੇ ਆਪ ਟਿਕੇ ਨੇ
18ਵੀਂ ਸਦੀ ਦਾ ਉਹ ਸਮਾਂ ਬੜਾ ਵਿਖੜਾ ਸੀ। ਅਬਦਾਲੀ ਨੇ ਹਮਲੇ ਕੀਤੇ, ਹਿੰਦੁਸਤਾਨ ਦੀ ਧਰਤੀ 'ਤੇ ਦਿੱਲੀ ਨੂੰ ਲੁੱਟਿਆ, ਕਈ ਬਹੂ ਬੇਟੀਆਂ ਨੂੰ ਬੰਦੀ ਬਣਾ ਕੇ ਲਿਜਾਂਦਾ ਰਿਹਾ। ਬਾਬਾ ਦੀਪ ਸਿੰਘ ਸਾਹਿਬ ਜੀ ਛਡਾਉਂਦੇ ਰਹੇ। ਅਖੀਰ ਜਦੋਂ ਅਬਦਾਲੀ ਦੀ ਕੋਈ ਵਾਹ ਪੇਸ਼ ਨਾ ਗਈ, ਉਹ ਜਦੋਂ ਹਿੰਦੁਸਤਾਨ ਤੋਂ ਧਨ ਮਾਲ ਲੁੱਟ ਕੇ ਜਾਂਦਾ ਸੀ ਅਤੇ ਗੁਰੂ ਕੇ ਸਿੰਘ ਸੂਰਮੇ ਚਨਾਹ ਤੱਕ ਇਹਦਾ ਪਿੱਛਾ ਕਰਦੇ ਸੀ, ਇਹਨੂੰ ਲੁੱਟਦੇ ਸੀ। ਅਬਦਾਲੀ ਕਹਿੰਦਾ ਇਹ ਕਿਹੜੇ ਲੋਕ ਨੇ ਜਿਹੜੇ ਮੈਨੂੰ ਲੁੱਟਦੇ ਨੇ? ਮੈਂ ਜਦੋਂ ਕਾਬਲ ਕੰਧਾਰ ਤੋਂ ਚੱਲਦਾ ਹਾਂ, ਦਿੱਲੀ ਤੱਕ ਦੀਆਂ ਕੰਧਾਂ ਕੰਬਦੀਆਂ ਨੇ। ਤਾਂ ਉਸ ਨੂੰ ਅੱਗੋਂ ਜਵਾਬ ਮਿਲਿਆ ਅਬਦਾਲੀ ਨੂੰ, ਇਹ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਹਨ। ਕਹਿੰਦਾ ਇਹਨਾਂ ਕੋਲ ਤਾਕਤ ਕਿਹੜੀ ਹੈ? ਅਤੇ ਅੱਗੋਂ ਜਵਾਬ ਮਿਲਿਆ, ਇਹਨਾਂ ਦੇ ਮੁਰਸ਼ਿਦ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਹੈ। ਪੰਥ ਪ੍ਰਕਾਸ਼ ਦੇ ਵਿੱਚ ਸ਼ਬਦ ਹਨ, ਮੁਰਸ਼ਿਦ ਇਨਕਾ ਵਲੀ ਭਇਓ ਹੈ, ਇਨਕੋ ਆਬੇ ਹਯਾਤ ਦਇਓ ਹੈ, ਐਸੀ ਗਇਓ ਕਲਾਮ ਬਤੈ ਹੈ, ਜਿਸੇ ਬਨਾਏ ਸੁਦਾ ਇਹ ਲੈ ਹੈ, ਸੋਈ ਪਿਲਾਏ ਲੋਗਨ ਕੈ ਤਾਈ, ਸਿਆਰਨ ਤੈ ਸਿੰਘ ਲੇਤ ਬਨਾਈ, ਅਵਰ ਸਭਨ ਕੋ ਜੀਵ 84, ਮਾਨਤ ਆਪ ਤਾਹੇ ਅਬਨਾਸੀ। ਕਹਿੰਦਾ ਅਬਦਾਲੀ ਕਹਿੰਦਾ ਅੰਮ੍ਰਿਤ ਖੋ ਲਓ। ਜਵਾਬ ਮਿਲਿਆ ਇਹ ਤਾਂ ਜਿੱਥੇ 5 ਤਿਆਰ ਬਰ ਤਿਆਰ ਇਕੱਠੇ ਹੁੰਦੇ ਹੈ, ਉੱਥੇ ਹੀ ਬਾਣੀ ਪੜ੍ਹ ਕੇ ਅੰਮ੍ਰਿਤ ਤਿਆਰ ਕਰ ਲੈਂਦੇ, ਕਿੱਥੋਂ ਖੋ ਲਵੇਂਗਾ। ਦੂਜਾ ਅਬਦਾਲੀ ਨੂੰ ਕਿਹਾ ਗਿਆ ਇਹਨਾਂ ਦੇ ਕੋਲ ਹਰਿਮੰਦਰ ਸਾਹਿਬ ਹੈ, ਅੰਮ੍ਰਿਤ ਸਰੋਵਰ ਹੈ, ਜਿੱਥੋਂ ਇਹਨਾਂ ਨੂੰ ਰੂਹਾਨੀਅਤ ਤਾਕਤ ਮਿਲਦੀ ਹੈ। ਅਬਦਾਲੀ ਨੇ ਫੈਸਲਾ ਕਰ ਲਿਆ, ਮੈਂ ਇਹਨਾਂ ਦੇ ਸਿੱਖੀ ਦੇ ਕੇਂਦਰ ਹਰਿਮੰਦਰ ਸਾਹਿਬ ਨੂੰ ਰਹਿਣ ਨਹੀਂ ਦੇਵਾਂਗਾ। ਇਹ ਵਾਪਸ ਜਾਂਦਾ ਹੋਇਆ ਤੈਮੂਰ ਨੂੰ ਲਾਹੌਰ ਦਾ ਹਾਕਮ ਥਾਪ ਕੇ ਗਿਆ ਅਤੇ ਸਹਾਇਕ ਜਹਾਨ ਖਾਨ ਥਾਪ ਕੇ ਗਿਆ। ਕਹਿੰਦਾ ਜਦੋਂ ਮੈਂ ਦੁਬਾਰਾ ਮੁੜ ਕੇ ਆਵਾਂ ਵਾਪਸ, ਹਰਿਮੰਦਰ ਸਾਹਿਬ ਨੂੰ ਤਹਿਸ਼ ਨਹਿਸ਼ ਕੀਤਾ ਹੋਵੇ, ਸਰੋਵਰ ਪੂਰਿਆ ਹੋਵੇ। ਸੋ ਇਹ ਤਾਂ ਚਲਿਆ ਗਿਆ ਵਾਪਸ ਅਬਦਾਲੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਨ ਲੱਗਾ ਜਹਾਨ ਖਾਨ, ਸਰੋਵਰ ਪੂਰਿਆ ਗਿਆ, ਹਰਿਮੰਦਰ ਸਾਹਿਬ ਦੀ ਬੇਅਦਬੀ ਕੀਤੀ ਗਈ। ਇਹ ਖਬਰਾਂ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਦਮਦਮਾ ਸਾਹਿਬ ਦੀ ਧਰਤੀ 'ਤੇ ਮਿਲੀਆਂ। ਆਪ ਜੀ ਉਸੇ ਵੇਲੇ ਹੀ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਕਰਕੇ ਅਰਦਾਸ ਕਰਕੇ ਤੁਰ ਪਏ। ਬਚਨ ਕੀਤਾ, ਸੀਸ ਸੁਦਾ ਸਰ ਹੇਤ ਕਰ, ਦੇਵਹਿਗੇ ਹਮ ਜਾਏ, ਕਰ ਅਰਦਾਸਾ ਟੁਰ ਪਏ, ਸਿੰਘ ਜੀ ਫਤਿਹ ਗਜਾਏ। ਆਪ ਜੀ ਦੇ ਨਾਲ ਸਿੰਘ ਇਕੱਤਰ ਹੁੰਦੇ ਗਏ। ਮਾਲਵੇ ਦੀ ਧਰਤੀ 'ਤੇ ਖਬਰ ਅੱਗ ਵਾਂਗੂ ਫੈਲੀ। ਤਰਨ ਤਾਰਨ ਸਾਹਿਬ ਤੱਕ ਪਹੁੰਚਦਿਆਂ ਹੋਇਆਂ 5000 ਸਿੰਘਾਂ ਦਾ ਜਥਾ ਬਾਬਾ ਦੀਪ ਸਿੰਘ ਜੀ ਦੇ ਨਾਲ ਹੋ ਗਿਆ ਸੀ। ਤਰਨ ਤਾਰਨ ਸਾਹਿਬ ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਅਰਦਾਸ ਕੀਤੀ, ਸੱਚੇ ਪਾਤਸ਼ਾਹ ਬਲ ਬਖਸ਼ੋ। ਇੱਥੋਂ ਅਰਦਾਸ ਬੇਨਤੀ ਕਰਕੇ ਆਪ ਜੀ ਅੱਗੇ ਤੁਰੇ ਹੈ। ਅਤੇ ਕਵੀਆਂ ਦੇ ਅਸੀਂ ਸ਼ਬਦ ਪੜ੍ਹਦੇ ਹਾਂ ਬਾਬਾ ਦੀਪ ਸਿੰਘ ਜੀ ਦੀ ਰਸਨਾ ਤੋਂ ਕਹੇ ਹੋਏ ਵੀ ਗੁਰੂ ਸਾਹਿਬ ਦੇ ਘਰ ਦੇ ਵਿੱਚ ਅਨੇਕਾਂ ਸਿੱਖ ਜਾਂਦੇ ਹੈ, ਸ਼ਰਧਾ ਭਾਵਨਾ ਦੇ ਨਾਲ, ਕੋਈ ਸੁੰਦਰ ਬਸਤਰ, ਕੋਈ ਪੁਸ਼ਾਕੇ, ਕੋਈ ਕੁਛ ਭੇਟ ਕਰਦਾ ਹੈ। ਮੈਂ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਆਪਣਾ ਸੀਸ ਭੇਟ ਕਰਾਂਗਾ। ਸੱਚੇ ਪਾਤਸ਼ਾਹ ਮੇਰੇ 'ਤੇ ਮਿਹਰ ਕਰਿਓ, ਮੈਂ ਆਪ ਜੀ ਦੀ ਸਿੱਖੀ ਨੂੰ ਨਿਭਾ ਸਕਾਂ, ਬਖਸ਼ਿਸ਼ ਕਰਿਓ। ਤਰਨ ਤਾਰਨ ਸਾਹਿਬ ਤੋਂ ਆਪ ਤੁਰ ਕੇ ਅੱਗੇ ਖੰਡੇ ਦੇ ਨਾਲ ਲਕੀਰ ਖਿੱਚਦੇ ਹੈ ਵੀ ਜਿਸ ਨੇ ਸ਼ਹਾਦਤ ਪ੍ਰਾਪਤ ਕਰਨੀ ਹੈ ਉਹ ਲਕੀਰ ਟੱਪ ਕੇ ਅੱਗੇ ਆ ਜਾਵੇ, ਜਿਸ ਨੂੰ ਘਰ ਦਾ ਮੋਹ ਸਤਾਉਂਦਾ ਹੈ ਉਹ ਪਿੱਛੇ ਪਰਤ ਜਾਵੇ। ਸਾਰੇ ਹੀ ਸਿੰਘ ਜਕਾਰੇ ਛੱਡਦੇ ਹੋਏ ਲਕੀਰ ਤੋਂ ਅੱਗੇ ਹੋਏ ਹੈ। ਲਕੀਰ ਸਾਹਿਬ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਉੱਧਰੋਂ ਜਹਾਨ ਖਾਨ ਜਿਹੜਾ ਹੈ 25,000 ਫੌਜ ਲੈ ਕਰਕੇ ਉਹ ਅੱਗੇ ਵੱਧਦਾ ਹੈ। ਦੋਹਾਂ ਹੀ ਦਲਾਂ ਦਾ ਬਹੁਤ ਵੱਡਾ ਟਾਕਰਾ ਹੁੰਦਾ ਹੈ, ਘਮਸਾਨ ਦਾ ਜੰਗ ਹੁੰਦਾ ਹੈ। ਪਹਿਲਾਂ ਬਾਬਾ ਦੀਪ ਸਿੰਘ ਜੀ ਦਾ ਟਾਕਰਾ ਯਾਕੂਬ ਖਾਨ ਨਾਲ ਹੁੰਦਾ ਹੈ। ਉਸ ਤੋਂ ਬਾਅਦ ਫਿਰ ਜਹਾਨ ਖਾਨ ਅੱਗੇ ਆਉਂਦਾ ਹੈ, ਨੌਜਵਾਨ ਗੱਭਰੂ, ਉਹਦੇ ਕੋਲ ਵੀ ਤਿੱਖਾ ਤੇਜ਼ ਸ਼ਸਤਰ ਹੈ। ਬਾਬਾ ਦੀਪ ਸਿੰਘ ਜੀ ਦੇ ਕੋਲ 18 ਸੇਰ ਦਾ ਖੰਡਾ ਹੈ। ਦੋਨਾਂ ਦੇ ਸਾਂਝੇ ਵਾਰ ਹੁੰਦੇ ਹੈ, ਸਿਰ ਲੱਥ ਜਾਂਦੇ ਹੈ। ਬਾਬਾ ਦੀਪ ਸਿੰਘ ਸਾਹਿਬ ਜੀ ਦੇ ਕੋਲ ਇੱਕ ਸਿੰਘ ਖਲੋਤਾ ਹੋਇਆ ਬਚਨ ਕਰਦਾ ਹੈ, ਬਾਬਾ ਜੀ ਤੁਸਾਂ ਤਾਂ ਪ੍ਰਣ ਕੀਤਾ ਸੀ ਵੀ ਸੁਦਾ ਸਰ ਜਾ ਕਰਕੇ ਸ਼ਹੀਦ ਹੋਵਾਂਗਾ, ਪਰ ਇੱਥੇ ਹੀ ਭਾਣਾ ਵਰਤਾ ਦਿੱਤਾ। ਸੋ ਇਹ ਗੋਲਵੜ ਤੋਂ ਲੈ ਕਰਕੇ ਚੱਬੇ ਤੱਕ ਦਾ ਮੈਦਾਨ ਪੂਰਾ ਲਹੂ ਲੁਹਾਨ ਹੋਇਆ ਪਿਆ ਸੀ। ਬਾਬਾ ਦੀਪ ਸਿੰਘ ਸਾਹਿਬ ਉਸੇ ਵੇਲੇ
ਹਰਕਤ ਵਿੱਚ ਆਉਂਦਾ ਹੈ ਸਰੀਰ। ਸੱਜੇ ਹੱਥ ਦੇ ਵਿੱਚ 18 ਸੇਰ ਦਾ ਖੰਡਾ, ਖੱਬੇ ਹੱਥ ਦੀ ਤਲੀ ਦੇ ਉੱਤੇ ਸੀਸ ਰੱਖ ਕਰਕੇ ਦੁਸ਼ਮਣਾਂ ਦੇ ਆਹੂ ਲਾਉਂਦੇ ਹੋਏ ਅੱਗੇ ਵਧਦੇ ਹੈ। ਇਹ ਕੁਝ ਤੱਕ ਕਰਕੇ ਦੁਸ਼ਮਣ ਦੇ ਵਿੱਚ ਬਹੁਤ ਜ਼ਿਆਦਾ ਭਗਦੜ ਮਚ ਜਾਂਦੀ ਹੈ ਔਰ ਦੁਸ਼ਮਣ ਅੱਗੇ ਦੌੜ ਉੱਠਦਾ ਹੈ। ਗੁਰੂ ਕੇ ਸਿੰਘ ਸੂਰਮੇ ਦੁਸ਼ਮਣ ਨੂੰ ਅੱਗੇ ਲਾ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲ ਨੂੰ ਵਧਦੇ ਹੈ। ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰ 'ਤੇ ਪਰਿਕਰਮਾ ਦੇ ਵਿੱਚ ਪਹੁੰਚ ਕੇ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਉੱਤੇ ਨਮਸਕਾਰ ਕਰਦੇ ਹੈ, ਸਤਿਗੁਰੂ ਦੇ ਚਰਨਾਂ 'ਚ ਸੀਸ ਭੇਟ ਕਰਦੇ ਹੈ। ਅੱਜ ਵੀ ਜਦੋਂ ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਂਦੇ ਹਾਂ, ਪਰਿਕਰਮਾ ਕਰਦੇ ਹਾਂ, ਪਰਿਕਰਮਾ ਦੇ ਵਿੱਚ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਅਸਥਾਨ ਹੈ, ਜਿੱਥੋਂ ਨਮਸਕਾਰ ਕੀਤੀ ਸਤਿਗੁਰੂ ਦੇ ਚਰਨਾਂ ਦੇ ਵਿੱਚ। ਬਾਬਾ ਦੀਪ ਸਿੰਘ ਸਾਹਿਬ ਉਹ ਮਹਾਨ ਸ਼ਹੀਦ ਨੇ, ਜਿਨ੍ਹਾਂ ਨੇ ਗੁਰਬਾਣੀ ਦੇ ਇਹਨਾਂ ਬਚਨਾਂ ਨੂੰ ਪ੍ਰਤੱਖ ਤੌਰ 'ਤੇ ਕਰਕੇ ਵਿਖਾਇਆ। ਜਾਓ ਤਉ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਬਾਬਾ ਦੀਪ ਸਿੰਘ ਜੀ ਜਿੱਥੇ ਆਪ ਮਹਾਨ ਯੋਧੇ, ਉਥੇ ਵੱਡੇ ਆਪ ਜੀ ਵਿਦਵਾਨ ਸਨ। 1682 ਤੋਂ ਲੈ ਕੇ ਔਰ 1757 ਤੱਕ ਆਪ ਜੀ ਦਾ ਜੀਵਨ ਕਾਲ ਰਿਹਾ। 1757 ਦੇ ਵਿੱਚ ਸ਼ਹਾਦਤ ਹੁੰਦੀ ਹੈ। 75 ਸਾਲ ਦੀ ਉਮਰ ਦੇ ਵਿੱਚ ਬਾਬਾ ਦੀਪ ਸਿੰਘ ਜੀ ਨੇ 18 ਸੇਰ ਦਾ ਖੰਡਾ ਵਾਹਿਆ। ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਗੁਰੂ ਕੇ ਸਿੱਖ, ਆਪ ਦਾ ਜੀਵਨ ਬੜਾ ਨਿਵੇਕਲਾ ਹੈ। ਜਿਸ ਉਮਰ ਦੇ ਵਿੱਚ ਲੋਕ ਜੰਗ ਕਰਦੇ ਹੈ, ਉਸ ਉਮਰ ਵਿੱਚ ਬੈਠ ਕੇ ਆਪ ਬਾਣੀ ਲਿਖਦੇ ਰਹੇ, ਵਿਦਿਆ ਪੜ੍ਹਾਉਂਦੇ ਰਹੇ। ਅਤੇ ਜਦੋਂ ਲੋਕ ਬੈਠ ਕਰਕੇ ਬੁਢੇਪੇ ਦੇ ਵਿੱਚ ਜ਼ਿੰਦਗੀ ਦੇ ਤਜਰਬੇ ਕਲਮ ਨਾਲ ਲਿਖਦੇ ਹੈ, ਉਦੋਂ ਬਾਬਾ ਦੀਪ ਸਿੰਘ ਜੀ ਨੇ ਜੰਗ ਦੇ ਮੈਦਾਨ ਦੇ ਵਿੱਚ ਸ਼ਹਾਦਤ ਦਾ ਜਾਮ ਪੀਤਾ। ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਪੰਜਾਂ ਨੂੰ ਧੰਨ ਕਿਹਾ ਹੈ। ਧੰਨ ਸੋ ਕਾਗਦ ਕਲਮ ਧੰਨ, ਧੰਨ ਭਾਂਡਾ ਧੰਨ ਮਸ, ਧੰਨ ਲੇਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਮਹਾਰਾਜ ਨੇ ਕਿਹਾ ਉਹ ਕਾਗਜ਼ ਧੰਨ, ਜਿਸ ਕਾਗਜ਼ ਦੇ ਉੱਤੇ ਰੱਬ ਦੀ ਸਿਫਤ ਸਲਾਹ ਲਿਖੀ ਜਾਂਦੀ ਹੈ। ਉਹ ਕਲਮ ਵੀ ਧੰਨ, ਜਿਸ ਕਲਮ ਦੇ ਨਾਲ ਵਾਹਿਗੁਰੂ ਜੀ ਦੀ ਸਿਫਤ ਲਿਖੀ ਦੀ ਹੈ। ਧੰਨ ਭਾਂਡਾ ਧੰਨ ਮਸ, ਉਹ ਭਾਂਡਾ ਧੰਨ, ਜਿਸ ਭਾਂਡੇ ਵਿੱਚ ਸਿਆਹੀ ਘੋਲੀ ਜਾਂਦੀ ਹੈ, ਉਹ ਸਿਆਹੀ ਵੀ ਧੰਨ, ਜਿਸ ਦੇ ਨਾਲ ਬਾਣੀ ਲਿਖੀ ਜਾਂਦੀ ਹੈ। ਧੰਨ ਲੇਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ, ਉਹ ਲਿਖਾਰੀ ਵੀ ਧੰਨ, ਜਿਸ ਨੇ ਪਰਮਾਤਮਾ ਦੇ ਸੱਚੇ ਨਾਮ ਨੂੰ ਲਿਖਿਆ, ਬਾਣੀ ਨੂੰ ਲਿਖਿਆ। ਬਾਬਾ ਦੀਪ ਸਿੰਘ ਸਾਹਿਬ ਜੀ ਨੇ ਜਿੱਥੇ ਮਹਾਨ ਸੇਵਾ ਕੀਤੀ, ਜੀਵਨ ਦੇ ਅਖੀਰ ਆਪ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਬੇਅਦਬੀ ਨੂੰ ਨਾ ਸਹਾਰਦਿਆਂ ਹੋਇਆਂ ਸ਼ਹਾਦਤ ਦਾ ਜਾਮ ਪੀਤਾ ਔਰ ਵੈਰੀਆਂ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਵਾਇਆ। ਬਾਬਾ ਜੀ ਦੇ ਪਵਿੱਤਰ ਸੀਸ ਦਾ ਧੜ ਦਾ ਸ਼ਹੀਦ ਸਿੰਘਾਂ ਦਾ ਸੰਸਕਾਰ ਗੁਰਦੁਆਰਾ ਸ਼ਹੀਦਾਂ ਸਾਹਿਬ, ਜਿੱਥੇ ਅੰਮ੍ਰਿਤਸਰ ਸਾਹਿਬ ਬੇਅੰਤ ਸੰਗਤਾਂ ਅੱਜ ਨਤਮਸਤਕ ਹੁੰਦੀਆਂ ਇਸ ਅਸਥਾਨ 'ਤੇ ਕੀਤਾ ਗਿਆ, ਜਿੱਥੇ ਸਤਿਗੁਰੂ ਦੇ ਦਰ 'ਤੇ ਅਨੇਕਾਂ ਸੰਗਤਾਂ ਝੁਕਦੀਆਂ ਨੇ। ਐਸੇ ਮਹਾਨ ਸ਼ਹੀਦਾਂ ਨੂੰ ਸਦਾ ਹੀ ਗੁਰੂ ਕਾ ਸਿੱਖ ਨਮਸਕਾਰ ਕਰਦਾ ਹੈ, ਜਿਨ੍ਹਾਂ ਨੇ ਦੇਸ਼ ਦੇ ਲਈ, ਧਰਮ ਦੇ ਲਈ ਆਪਣੀ ਜਾਨ ਲਾ ਦਿੱਤੀ ਔਰ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰ ਦੇ ਵਾਸਤੇ ਆਪਣਾ ਲਹੂ ਡੋਲ ਕਰਕੇ ਸਦਾ ਲਈ ਦੁਨੀਆ ਦੇ ਵਿੱਚ ਆਪ ਅਮਰ ਹੋ ਗਏ। ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਅੱਜ ਜਨਮ ਦਿਨ ਹੈ। ਆਪ ਸਰਬੱਤ ਮਾਈ ਭਾਈ ਸੰਗਤਾਂ ਨੂੰ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਹੋਵਣ। ਵਿਚਾਰਾਂ ਕਰਦੇ ਹਾਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਨੇ ਹੋਈਆਂ ਭੁੱਲਾਂ ਦੀ ਮੁਆਫੀ, ਅਗਾਂਹ ਵਾਸਤੇ ਸੁਮਤ ਬਖਸ਼ਣੀ ਜੀ। ਗੁਰਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।